साहिब जी। श्री नानक पाद पंकज बंदन, पाद पंकज बंदन। सिमरो अंगद दोख निकंदन। अमरदास गुर हृदय त्यावो, गुर हृदय त्यावो। श्री गुरु रामदास गुण गावो। श्री अर्जन विघ्नन के नासक, विघ्नन के नासक। हर गोबिंद सोभ सुमत प्रकाशक। श्री हर राय नमो कर जोरी, नमो कर जोरी। गुर हर कृष्ण मनाए बहुरी। तेग बहादुर परम कृपाला, परम कृपाला। श्री गुरु गोबिंद सिंह विसाला। श्री गुरु गोबिंद सिंह विसाला। तरों तरा पर पुन पुन सीसा, पुन पुन सीसा। बंदों बार बार जगदीसा। बंदों बार बार जगदीसा। जिसमें अमृत ज्ञान है, माणिक भगत वैराग। श्री गुरु ग्रंथ साहिब उदद, बंदों कर अनुराग। एक अंकारा सतगुरु, तेह प्रसाद सच होए। वाहेगुरु जी की फतेह, विघ्न विनाशन सोए। वाहेगुरु जी की फतेह, विघ्न विनाशन सोए। वाहेगुरु साहिब जी दोहरा, कीन सरयन मंत्र एक, मंत्र मिल एक हिंदू सब माहे। ऊंचो बैठह गर्भ कर, एह लायक कछ नाहे। कीन शरीयन मंत्र मिल एक हिंदू सब माहे। वाहेगुरु जी का खालसा, वाहेगुरु जी की फतेह। जुग जुग अटल शब्दा अवतार, वालिए दो जहां। मुजस्मे आबे हयात, सुमुची खलकत दे सांझे रहबर। धन धन सतगुरु गुरु ग्रंथ साहिब सच्चे पातशाह जी दी पावन और पवित्र हजूरी अंदर सुसज्जित हो बैठी समस्त गुरु नानक नाम लेवा साध संगत। गुरुदेव पातशाह जी महाराज ने अपार कृपा की है। अपने सारिਆਂ ਦੇ ਤਾਈ संध्या वेले सतसंग करन दा सुभाग बख्शिश कीता। सो सत्कारयोग साध संगत,
ਸਾਹਿਬ ਮਹਾਰਾਜ ਜੀ ਦੀਆਂ ਬਖਸ਼ੀਆਂ ਇਹਨਾਂ ਅਮੋਲਕ ਘੜੀਆਂ ਨੂੰ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਸਫਲਿਆਂ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਉਹ ਰਸਨਾ ਨੂੰ ਪਵਿੱਤਰ ਕਰੀਏ। ਮਨ ਅਰ ਬਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਅਦਬ ਦੇ ਸਮੇਤ ਜਪਣਾ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਨ ਸ਼ਰਈਨ ਮੰਤਰ ਮਿਲ ਇੱਕ ਹਿੰਦੂ ਸਭ ਮਾਹੇ। ਸਤਿਕਾਰਯੋਗ ਸਾਧ ਸੰਗਤ, ਪਿਛਲੇ ਰੋਜ਼ ਤੋਂ ਆਪਾਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਨੰਦਨ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਉਹਨਾਂ ਦੇ ਪਾਵਨ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਸ ਪ੍ਰਕਾਰ ਦਿੱਲੀ ਜਾ ਕਰਕੇ ਉਹਨਾਂ ਨੇ ਆਪਣੀਆਂ ਕਰਾਮਾਤਾਂ ਦਿਖਾ ਕਰਕੇ ਉਸ ਸਮੇਂ ਦੇ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਨੂੰ ਅਚੰਭਿਤ ਕੀਤਾ, ਉਹ ਆਪਾਂ ਪਿੱਛੇ ਸਾਰੇ ਪ੍ਰਸੰਗ ਸਰਵਣ ਕੀਤੇ ਆ। ਗੁਰੂ ਘਰ ਦੀ ਅਜ਼ਮਤ ਦੀ ਪਰਖ ਕਰਨ ਵਾਸਤੇ ਔਰੰਗਜ਼ੇਬ ਬਾਰ-ਬਾਰ ਬਾਬਾ ਰਾਮ ਰਾਏ ਜੀ ਨੂੰ ਅਜ਼ਮਤ ਦਿਖਾਉਣ ਵਾਸਤੇ ਉਤਸ਼ਾਹਿਤ ਕਰਦਾ ਰਿਹਾ, ਮਜਬੂਰ ਕਰਦਾ ਰਿਹਾ। ਫਿਰ ਬਾਬਾ ਰਾਮ ਰਾਏ ਜੀ ਹਰ ਵਾਰ ਕਹਿੰਦੇ ਕੋਈ ਨਾ ਕੋਈ ਅਜ਼ਮਤ ਦਿਖਾਈ ਆ। ਜਿਸ ਪ੍ਰਕਾਰ ਸਭ ਤੋਂ ਪਹਿਲਾਂ ਇੱਕ ਮੁਰਦਾ ਬੱਕਰਾ ਜਿਉਂਦਾ ਕਰ ਦੇਣਾ ਕੀਤਾ। ਉਸ ਉਪਰੰਤ ਇਹ ਜਿਹੜੇ ਅਰਬ ਦੇ ਫਲ ਵੀ ਲਿਆ ਕੇ ਦਿਖਾਉਣੇ ਕੀਤੇ। ਇਸ ਤਰ੍ਹਾਂ ਦੇ ਬੇਅੰਤ ਕੌਤਕ ਕੀਤੇ। ਖੂਹ ਦੇ ਉੱਪਰ ਬਿਨਾਂ ਕਿਸੇ ਆਸਰੇ ਤੋਂ ਆਸਣ ਲਾ ਕੇ ਬੈਠ ਕੇ ਦਿਖਾਇਆ। ਫਿਰ ਉਹ ਰੰਗੇ ਨੇ ਆਖਣਾ ਕੀਤਾ ਵੀ ਬਾਬਾ ਜੀ ਵੀ ਇੱਕ ਸਮਾਧੀ ਦਾ ਜ਼ਿਕਰ ਸੁਣਿਆ ਵੀ ਜਿਹੜੇ ਜੋਗੀ ਜਾਣਾ ਵੀ ਉਹ ਸਮਾਧੀ ਲਾਉਂਦੇ ਆ, ਆਪਣੇ ਸਵਾਸਾਂ ਨੂੰ ਰੋਕ ਕਰਕੇ 10 ਦੁਆਰ ਚੜਾ ਲੈਂਦੇ। ਵੀ ਤੁਸੀਂ ਤੇ ਸਮਾਧੀ ਲਾਉਣ ਜਾਣਦੇ ਹੋਵੋਗੇ ਵੀ ਇਹ ਸਮਾਧ ਕਿਸ ਤਰ੍ਹਾਂ ਲੱਗਦੀ ਹੈ। ਫਿਰ ਉਸ ਸਮੇਂ ਕਹਿੰਦੇ ਬਾਬੇ ਰਾਮ ਰਾਏ 5 ਦਿਨਾਂ ਦੀ ਲੰਬੀ ਸਮਾਧ ਲਾ ਕੇ ਦਿਖਾਈ। 5 ਦਿਨ ਆਪਣੇ ਸਵਾਸਾਂ ਨੂੰ ਪ੍ਰਾਣਾਯਾਮ ਦੇ ਵਿੱਚ ਰੋਕ ਕਰਕੇ ਰੱਖਿਆ। ਇਸ ਪ੍ਰਕਾਰ ਬੇਅੰਤ ਕੌਤਕ ਦਿਖਾਏ। ਸੋ ਅੱਗੇ ਇੱਕ ਕੌਤਕ ਦਿਖਾਉਣਾ ਹੈ। ਉਸ ਸਮੇਂ ਕਹਿੰਦੇ ਜਿਹੜੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਮੌਲਵੀ ਕਾਜੀ ਸਨ, ਜਿਨ੍ਹਾਂ ਮੌਲਵੀ ਕਾਜ਼ੀਆਂ ਦੀ ਔਰੰਗਜ਼ੇਬ ਨਾਲ ਬਹੁਤੀ ਨੇੜਤਾ ਸੀ, ਜਿਹੜੇ ਆ ਕਰਕੇ ਔਰੰਗਜ਼ੇਬ ਨੂੰ ਦੂਜੇ ਧਰਮਾਂ ਦੇ ਖਿਲਾਫ ਭੜਕਾਇਆ ਕਰਦੇ ਸੀ, ਸਰਾਧ ਕਰਕੇ ਬਹੁਤਾ ਉਤਸ਼ਾਹਿਤ ਕਰਦੇ ਸੀ। ਉਹਨਾਂ ਮੌਲਵੀਆਂ ਕਾਜ਼ੀਆਂ ਨੇ ਵੇਖਿਆ ਵੀ ਇਹ ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਦਾ ਸੁਪੁੱਤਰ ਹੈ ਰਾਮ ਰਾਏ, ਵੀ ਇਹਨੇ ਤੇ ਸਾਨੂੰ ਸਾਰਿਆਂ ਨੂੰ ਪਾਸੇ ਕਰ ਦਿੱਤਾ। ਇਹ ਔਰੰਗਜ਼ੇਬ ਦੇ ਬਹੁਤਾ ਨੇੜੇ ਹੋ ਗਿਆ, ਸਾਡੇ ਨਾਲ ਉੱਚੇ ਆਸਣ ਤੇ ਬੈਠਦਾ। ਔਰੰਗਜ਼ੇਬ ਅੱਜ ਕੱਲ੍ਹ ਇਹਦਾ ਬਹੁਤਾ ਮਾਣ ਸਤਿਕਾਰ ਕਰਦਾ, ਇਸੇ ਦੀ ਸਾਰੀ ਗੱਲ ਸੁਣਦਾ। ਕਿਉਂ ਨਾ ਜਿਵੇਂ ਕਿਵੇਂ ਕਰਕੇ ਦੀ ਹੇਠੀ ਕੀਤੀ ਜਾਵੇ। ਔਰੰਗਜ਼ੇਬ ਦੀ ਸਜੀ ਹੋਈ ਸਭਾ ਦੇ ਵਿੱਚ ਇਹਨੂੰ ਨੀਵਾਂ ਦਿਖਾਇਆ ਜਾਵੇ। ਸੋ ਐਸੀ ਮਨ ਅੰਦਰ ਦੁਸ਼ਟ ਭਾਵਨਾ ਰੱਖ ਕਰਕੇ ਇਹ ਜਿਹੜੇ ਕਹਿੰਦੇ ਸਰੀਆ ਨਹੀਂ ਆ, ਸਰੀਅਨ ਕੀਨ ਸ਼ਰੀਅਨ ਮੰਤਰ ਮਿਲ। ਜਿੰਨੇ ਕਹਿੰਦੇ ਸ਼ਰੀਅਨ ਕੱਟੜ ਸਰਾਂ ਨੂੰ ਮੰਨਣ ਵਾਲੇ ਜਿਹੜੇ ਮੁਸਲਮਾਨ, ਉਹਨਾਂ ਨੂੰ ਸ਼ਰੀਅਨ ਆਖਿਆ ਜਾਂਦਾ। ਜਿਹੜੇ ਮੌਲਾਨੇ ਕਾਜੀ ਸਨ, ਇਸਲਾਮ ਮਤ ਦੀ ਜਿਹਨਾਂ ਪੜ੍ਹਾਈ ਪੜ੍ਹੀ ਸੀ, ਜਿਨ੍ਹਾਂ ਨੂੰ ਆਲਮ ਵੀ ਆਖਿਆ ਜਾਂਦਾ, ਉਹ ਸਾਰਿਆਂ ਨੇ ਆਪਸ ਦੇ ਵਿੱਚ ਮਿਲ ਕਰਕੇ ਮੰਤਰ ਇੱਕ ਕਹਿੰਦੇ ਸਲਾਹ ਕੀਤੀ।
हिंदू सब माहे। हिंदू तो भाव वो बाबा राम राय जी का जिक्र करते, ਜਿਹੜੇ ਇਸਲਾਮਕ ਮੌਲਵੀ ਕਾਜੀ ਸੀ ਉਹ ਨਹੀਂ ਜਾਣਦੇ ਸੀ ਵੀ ਸਿੱਖ ਧਰਮ ਇੱਕ ਵੱਖਰਾ ਧਰਮ ਹੈ। ਇਹ ਨਾ ਤੇ ਹਿੰਦੂ ਆ ਨਾ ਮੁਸਲਮਾਨ, ਇਹ ਇੱਕ ਵੱਖਰਾ ਮਤ ਹੈ। ਸਤਿਕਾਰਯੋਗ ਬਾਬਾ ਨਾਨਕ ਦੇਵ ਮਹਾਰਾਜ, ਉਹਨਾਂ ਤੋਂ ਇੱਕ ਵੱਖਰਾ ਧਰਮ ਪ੍ਰਾਰੰਭ ਹੋਇਆ, ਉਹਨਾਂ ਨੇ ਇੱਕ ਵੱਖਰਾ ਧਰਮ ਚਲਾਇਆ। ਉਹ ਜਾਣਦੇ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਵੀ ਇਹ ਵੀ ਹਿੰਦੂ ਹੀ। ਜਿਹੜੇ ਮੌਲਾਨੇ ਕਾਜੀ ਸੀ ਉਸ ਸਮੇਂ ਦੇ, ਉਹ ਸਿੱਖਾਂ ਨੂੰ ਵੀ ਹਿੰਦੂ ਹੀ ਸਮਝਦੇ ਸੀ। ਇਸ ਕਰਕੇ ਉਹ ਆਖਦੇ ਵੀ ਇੱਕ ਹਿੰਦੂ, ਵੀ ਇਹ ਕਹਿੰਦੇ ਜਿਹੜਾ ਰਾਮ ਰਾਏ ਤੇ ਹਿੰਦੂ ਹੈ। ਹਿੰਦੂ ਉਹਨਾਂ ਵਾਸਤੇ ਕਾਫਰ ਸੀ, ਜਿਹੜਾ ਧਰਮ ਤੋਂ ਪਰੇ ਹੋਵੇ, ਜਿਹੜਾ ਜਿਹਦਾ ਦੀਨ ਦੇ ਨਾਲ ਕੋਈ ਵਾਹ ਵਾਸਤਾ ਨਾ ਹੋਵੇ, ਇਹਨੂੰ ਕਾਫਰ ਆਖਿਆ ਜਾਂਦਾ। ਅਧਰਮੀ ਬਣੋ, ਧਰਮ ਤੋਂ ਪਰੇ ਹੋ ਕੇ ਚੱਲਣ ਵਾਲਾ। ਸੋ ਆਖਦੇ ਆ ਵੀ ਇਹ ਤੇ ਇੱਕ ਹਿੰਦੂ ਹੈ, ਇੱਕ ਕਾਫਰ ਹੈ। ਇਹ ਸਭ ਮਾਹੀ, ਇਹ ਆਪਣੇ ਕਹਿੰਦੇ ਸਾਰਿਆਂ ਦੇ ਵਿੱਚ ਉੱਚੋ ਬੈਠਾ ਹੈ ਗਰਭ ਕਰ, ਆਪਣੇ ਦਰਮਿਆਨ ਉੱਚਾ ਹੋ ਕੇ ਬੈਠਦਾ। ਗਰਭ ਕਰ ਉਹ ਵੀ ਬੜੇ ਹੰਕਾਰ ਦੇ ਸਮੇਤ, ਇਹ ਲਾਇਕ ਕਛ ਨਾਹੀ, ਵੀ ਇਹ ਜਿਹੜੀ ਗੱਲ ਹੈ ਨਾ, ਕਹਿੰਦੇ ਲਾਇਕ ਯੋਗ ਨਹੀਂ ਹੈ, ਚੰਗੀ ਨਹੀਂ ਹੈ। ਗਨ ਉਲਮਾਓ ਮੌਲਾਨੇ ਕਾਜੀ, ਉਲਮਾਓ ਉਹ ਸਾਰੇ ਜਿੰਨੇ ਆਲਮ ਸਨ, ਮੌਲਾਨੇ ਮੌਲਵੀ ਤੇ ਕਾਜੀ। ਉਲਮਾਓ ਜਿਹੜੇ ਕਹਿੰਦੇ ਵੀ ਆਲਮ ਸੀ, ਚੰਗੇ ਵਿਦਵਾਨ ਸੀ ਇਸਲਾਮ ਮਤ ਦੇ, ਜਿਹੜੇ ਇਸਲਾਮ ਮਤ ਦੇ ਵਿਦਵਾਨ ਹਨ, ਜਿਨ੍ਹਾਂ ਅਰਬੀ ਭਾਸ਼ਾ ਦੀ ਵਿਦਵਤਾ ਦੀ ਮੁਹਾਰਤ ਪ੍ਰਾਪਤ ਕੀਤੀ ਹੋਵੇ, ਉਹਨਾਂ ਨੂੰ ਆਲਮ ਆਖਿਆ ਜਾਂਦਾ। ਉਸੇ ਤਰ੍ਹਾਂ ਜਿਹਨਾਂ ਫਾਰਸੀ ਭਾਸ਼ਾ ਦੀ ਵਿਦਵਤਾ ਦੀ ਮੁਹਾਰਤ ਹਾਸਲ ਕੀਤੀ ਹੋਵੇ, ਉਹਨਾਂ ਨੂੰ ਫਾਜ਼ਿਲ ਆਖਿਆ ਜਾਂਦਾ। ਜਿਨ੍ਹਾਂ ਨੇ ਅਰਬੀ ਭਾਸ਼ਾ, ਉਰਦੂ ਭਾਸ਼ਾ ਦੀ ਮੁਹਾਰਤ ਹਾਸਲ ਕੀਤੀ ਹੋਵੇ, ਉਹਨਾਂ ਨੂੰ ਕਾਰੀ ਆਖਿਆ ਜਾਂਦਾ। ਸੋ ਇਹ ਜਿਹੜੇ ਕਹਿੰਦੇ ਉਲਮਾਓ ਆਲਮ ਲੋਕ ਹੈ, ਮੌਲਾਨੇ ਕਾਜੀ, ਜਿਨ੍ਹਾਂ ਨੇ ਅਰਬੀ ਭਾਸ਼ਾ ਦੇ ਵਿੱਚ ਵਿਦਵਤਾ ਦੀ ਮੁਹਾਰਤ ਹਾਸਲ ਕੀਤੀ। ਦੁੱਖ ਹੈ ਦੇਖ ਕਰ ਮੂੜ ਸਦਾ ਹੀ, ਇਹ ਸਾਰੇ ਮੂਰਖ ਹੈ, ਅਗਿਆਨੀ ਨਾ ਸਮਝ ਜੀਵ ਹੈ, ਜੋ ਬਾਬੇ ਰਾਮ ਰਾਏ ਨੂੰ ਵੇਖ ਕਰਕੇ ਹਿਰਦੇ ਕਰਕੇ ਦੁਖੀ ਹੁੰਦੇ ਰਹਿੰਦੇ ਆ, ਸੜਦੇ ਬਲਦੇ ਜੇ ਰਹਿੰਦੇ ਆ। ਹੋਏ ਨਾ ਆਵਤ ਹੈ ਕਿਮ ਸਮਤਾ, ਇਹਨਾਂ ਪਾਸੋਂ ਕਿਸੇ ਤਰ੍ਹਾਂ ਕਰਕੇ ਵੀ ਉਹਦੀ ਬਰਾਬਰੀ ਤੇ ਨਹੀਂ ਬਣ ਆਉਂਦੀ। ਬਾਬੇ ਰਾਮ ਰਾਏ ਦੀ ਬਰਾਬਰੀ ਇਹਨਾਂ ਪਾਸੋਂ ਬਣ ਨਹੀਂ ਆਉਂਦੀ। ਤਿਸ ਅਜਮਤ ਕੋ ਸਭ ਜਗ ਨਮਤਾ, ਜਿਸ ਬਾਬੇ ਰਾਮ ਰਾਏ ਦੀ ਅਜਮਤ ਕਲਾ ਨੂੰ ਵੇਖ ਕਰਕੇ, ਕਰਾਮਤ ਨੂੰ ਵੇਖ ਕਰਕੇ ਸਾਰੀ ਦੁਨਿਆਈ ਕਹਿੰਦੇ ਨਮਤਾ ਉਹਨੂੰ ਨਮਸਕਾਰ ਕਰਦੀ ਹੈ, ਲਿਆਉਂਦੀ ਹੈ, ਝੁਕਦੀ ਹੈ, ਮੱਥਾ ਟੇਕਦੀ। ਤਿਸ ਕੋ ਲੇਸ ਦਾ ਮੂੜ ਮਤਨ ਮੈਂ, ਸੋ ਇਹ ਜਿਹੜੇ ਮੂਰਖਾ ਕਹਿੰਦੇ, ਜਿੰਨੇ ਮੌਲਵੀ ਕਾਜੀ ਹੈ ਨਾ, ਇਹ ਸਾਰੇ ਮੂਰਖਾ ਅਗਿਆਨੀ, ਇਹਨਾਂ ਨੂੰ ਬਾਬੇ ਰਾਮ ਰਾਏ ਦੀ ਸਮਰੱਥਾ ਦੇ ਵਿੱਚ, ਅਜਮਤ ਦੇ ਵਿੱਚ ਕਹਿੰਦੇ ਲੇਸ ਮਾਤਰ ਵੀ ਯਕੀਨ ਨਹੀਂ ਹੈ, ਮਤਲਬ ਭਰੋਸਾ ਨਹੀਂ ਹੈ। ਏਕ ਸਰਾਗ ਹੈ ਗਾਡੇ ਮਨ ਮੈਂ, ਇਹਨਾਂ ਦਾ ਜਿਹੜਾ ਮਨ ਹੈ ਨਾ, ਇਹਨਾਂ ਨੇ ਆਪਣੇ ਮਨ ਅੰਦਰ ਇੱਕ ਸਰਾ ਨੂੰ ਪੱਕਾ ਕੀਤਾ ਹੋਇਆ। ਸਰਾ ਇਸਲਾਮ ਮਤ ਦੀ ਇੱਕ ਕੁਝ ਨਿਯਮ, ਕੁਝ ਕਾਨੂੰਨ ਹੈ, ਆਖਦੀ ਹੈ ਮਰਿਆਦਾ ਇਸਲਾਮ ਦੀ। ਇਹਨਾਂ ਨੇ ਉਹ ਮਰਿਆਦਾ ਦੇ ਉਸ ਸਰਾ ਦੀਆਂ ਜੰਜੀਰਾਂ ਦੇ ਵਿੱਚ ਆਪਣੇ ਆਪ ਨੂੰ ਬੰਨਿਆ ਹੋਇਆ, ਆਪਣੇ ਮਨ ਵਿੱਚ ਕੇਵਲ ਸਰਾ ਪੱਕੀ ਕੀਤੀ ਆ। ਕਹੈ ਪਰਸ ਪਰ ਸਾਹ ਸੁਨਾਵਹੁ, ਤੁਮ ਕਿਉਂ ਵਹਿਰ ਸਰਾ ਵਹਿਰ ਪਗ ਪਾਵਹੁ। ਸੋ ਇਹ ਜਿਹੜੇ ਮੌਲਾਨੇ ਤੇ ਕਾਜੀ ਹੈ, ਇਹ ਆਪਸ ਦੇ ਵਿੱਚ ਸਲਾਹ ਕਰਦੇ ਆ। ਕੀ ਸਲਾਹ ਕਰਦੇ ਆ ਵੀ ਆਪਾਂ ਔਰੰਗਜ਼ੇਬ ਬਾਦਸ਼ਾਹ ਦੇ ਤਾਈਂ ਆਖ ਕਰਕੇ ਸੁਣਾਉਣਾ ਕਰਾਂਗੇ। ਔਰੰਗਜ਼ੇਬ ਬਾਦਸ਼ਾਹ ਨੂੰ ਆਖਾਂਗੇ ਵੀ हे ਬਾਦਸ਼ਾਹ, ਤੁਮ ਕਿਉਂ ਸਰਾ ਵਹਿਰ ਪਗ ਪਾਵੋ। ਇਹ ਬਾਦਸ਼ਾਹ ਤੂੰ ਸਰਾ ਦੇ ਵਿੱਚੋਂ ਬਾਹਰ ਪੈਰ ਪਾ ਰਿਹਾ, ਸਰਾ ਦੇ ਘਰਾਓ ਦੇ ਵਿੱਚੋਂ ਬਾਹਰ ਜਾ ਰਿਹਾ, ਤੂੰ ਸਰਾ ਦਾ ਤਿਆਗ ਕਰ ਰਿਹਾ। ਸਰਬ ਤੁਰਕ ਕਰ ਜੋ ਰਹਿ ਕਰੇ, ਸਾਥ ਅਦਾਬ ਸਭਾ ਮਹਿ ਬਰੈ। ਇਹ ਬਾਦਸ਼ਾਹ
ਸਾਡੇ ਸਮੇਤ ਸਾਰੇ ਜਿਨੇ ਤੁਰਕ ਹੈ ਇਸਲਾਮ ਮਤ ਦੇ ਮੰਨਣ ਵਾਲੇ ਲੋਕ, ਭਾਵ ਸਾਰੇ ਮੁਸਲਮਾਨ, ਕਰ ਜੋਰੇ ਖਰਹਿ ਤੈਨੂੰ ਆਪਣਾ ਬਾਦਸ਼ਾਹ ਜਾਣ ਕਰਕੇ, ਹਜ਼ਰਤ ਜਾਣ ਕਰਕੇ ਤੇਰੇ ਅੱਗੇ ਹੱਥ ਜੋੜ ਕੇ ਖਲੋਂਦੇ। ਸਾਥ ਅਦਾਬ ਸਭਾ ਮਹਿ ਮਰੇ, ਤੇਰੀ ਸਭਾ ਦੇ ਵਿੱਚ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਬਾਦਸ਼ਾਹ ਤੇਰਾ ਸਤਿਕਾਰ ਕਰਕੇ, ਅਦਬ ਕਰਕੇ ਸਾਰੇ ਤੇਰੀ ਸਭਾ ਦੇ ਵਿੱਚ ਆਉਂਦੇ ਹਾਂ। ਤੋ ਬੈਠਤ ਹੋਏ ਨੀਚੇ ਥਾਨ, ਨਾਹੀਂ ਤਾਂ ਖਰੇ ਰਹਿ ਡਰਮਾਨ। ਇਹ ਬਾਦਸ਼ਾਹ ਜਿੰਨੇ ਵੀ ਕਹਿੰਦਾ ਮੁਸਲਮਾਨ ਲੋਕ ਹੈ ਉਹ ਸਾਰੇ ਤੇਰਾ ਡਰ ਮੰਨਦੇ ਆ, ਭੈ ਮੰਨਦੇ ਆ, ਤੇ ਤੈਨੂੰ ਆਪਣਾ ਬਾਦਸ਼ਾਹ ਜਾਣ ਕੇ ਨੀਵੇਂ ਹੋ ਕੇ ਬੈਠਦੇ ਆ, ਤੈਨੂੰ ਆਪਣੇ ਤੋਂ ਉੱਚਾ ਬਿਠਾਉਂਦੇ ਆ। ਤੇ ਕਈ ਵਾਰ ਤੇਰਾ ਡਰ ਮੰਨ ਕੇ ਅਸੀਂ ਖੜੀ ਰਹਿੰਦੇ ਆ, ਖਲੋਤੇ ਰਹਿੰਦੇ ਆ। ਇੱਕ ਹਿੰਦੂ ਆਵਤ ਹੰਕਾਰ, ਇਹ ਬਾਦਸ਼ਾਹ ਤੇਰੇ ਦਰਬਾਰ ਦੇ ਵਿੱਚ ਕਹਿੰਦੇ ਇੱਕ ਅਸੀਂ ਆਖਾਂਗੇ, ਆਪਸ ਦੇ ਵਿੱਚ ਉਹ ਮੌਲਾਨੇ ਕਾਜੀ ਸਲਾਹ ਕਰ ਰਹੇ। ਕੀ ਸਲਾਹ ਕਰਦੇ? ਤੇਰੇ ਦਰਬਾਰ ਦੇ ਵਿੱਚ ਇੱਕ ਹਿੰਦੂ ਚੱਲ ਕੇ ਆਉਂਦਾ, ਹਿੰਦੂ ਤੋਂ ਮੁਰਾਦ ਬਾਬਾ ਰਾਮ ਰਾਏ, ਵੀ ਉਹ ਇੱਕ ਹਿੰਦੂ ਕਹਿੰਦੇ ਚੱਲ ਕੇ ਆਉਂਦਾ, ਆਵਤ ਹੰਕਾਰ, ਜਿਹਨੂੰ ਬਹੁਤਾ ਜ਼ਿਆਦਾ ਹੰਕਾਰ ਆ, ਜੋ ਹੰਕਾਰ ਦੇ ਸਮੇਤ ਹੋ ਕੇ ਆਉਂਦਾ। ਤਿਸ ਕੋ ਸਭ ਤੇ ਉੱਚ ਬਿਠਾਰਤ, ਉਸ ਰਾਮ ਰਾਏ ਨੂੰ ਤੂੰ ਬਹੁਤਾ ਉੱਚਾ ਕਰਕੇ ਬਿਠਾਉਣਾ ਹੈ। ਕਹੈ ਨਾ ਕਲਮਾ, ਜੋ ਕਿ ਆਪਣਾ ਕਲਮਾ ਵੀ ਨਹੀਂ ਪੜ੍ਹਦਾ। ਇਸਲਾਮ ਮਤ ਦਾ ਇੱਕ ਕਲਮਾ ਜੋ ਸਾਰੇ ਜਿੰਨੇ ਵੀ ਦੀਨਵਾਨ ਇਸਲਾਮਕ ਲੋਕ ਆ, ਜਿਨ੍ਹਾਂ ਇਸਲਾਮ ਮਤ ਦਾ ਦੀਨ ਪੜ੍ਹਿਆ, ਉਹ ਸਾਰੇ ਕਲਮਾ ਪੜ੍ਹਦੇ ਆਖਦੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ। ਇਸਲਾਮ ਮਤ ਦਾ ਕਲਮਾ ਨਾ ਤੇ ਕਹਿੰਦੇ ਵੀ ਉਹਨੇ ਕਲਮਾ ਪੜ੍ਹਿਆ, ਉਹ ਕਲਮਾ ਵੀ ਨਹੀਂ ਪੜ੍ਹਦਾ। ਦੂਸਰਾ ਦੀਨ ਨਾ ਮੰਨ ਹੈ, ਤੇ ਇਸਲਾਮ ਨੂੰ ਉਹ ਦੀਨ ਧਰਮ ਨਹੀਂ ਮੰਨਦਾ। ਜੋ ਇਸਲਾਮ ਧਰਮ ਹੈ, ਇਸ ਧਰਮ ਨੂੰ ਮੰਨਦਾ ਨਹੀਂ, ਵੀ ਉਹਦੇ ਆਪ ਦਾ ਹੀ ਧਰਮ ਮੰਨਦਾ। ਆਪਣੇ ਮਤ ਕੋ ਮਹਿਦ ਬਖਾਨਾ, ਉਹਦਾ ਜੋ ਆਪਣਾ ਮਤ ਹੈ, ਆਪਣਾ ਧਰਮ ਹੈ ਕਿਹੜਾ, ਉਹ ਸਿੱਖ ਧਰਮ, ਉਹਨੂੰ ਮਹਿਦ ਉੱਚਾ ਕਰਕੇ ਦੱਸਦਾ, ਆਖਦਾ ਵੀ ਮੈਂ ਤੇ ਸਿੱਖ ਹਾਂ, ਅਸੀਂ ਤੇ ਸਿੱਖ ਹਾਂ, ਆਪਣੇ ਸਿੱਖ ਮਤ ਨੂੰ ਉੱਚਾ ਕਰਕੇ ਦਰਸਾਉਂਦਾ। ਜਾਂ ਤੇ ਤੁਮਨੇ ਸਰਾ ਵਿਗਾਰੀ, ਹੈ ਬਾਦਸ਼ਾਹ ਇਸ ਪ੍ਰਕਾਰ ਕਹਿੰਦੇ ਵੀ ਤੂੰ ਸਰਾ ਨੂੰ ਵਿਗਾੜ ਦੇਣਾ ਕੀਤਾ, ਇਹ ਸਰਾ ਦੇ ਅਨੁਕੂਲ ਨਹੀਂ ਜੋ ਤੂੰ ਕਰ ਰਿਹਾ। ਇਮ ਚਲ ਭਾਖਾਂ ਸਾਹੋ ਅਗਾਰੀ, ਸੋ ਇਹਨਾਂ ਆਪਸ ਦੇ ਵਿੱਚ ਮਤਾ ਪਕਾਇਆ ਵੀ ਇਸ ਪ੍ਰਕਾਰ ਆਪਾਂ ਜਾ ਕਰਕੇ ਔਰੰਗਜ਼ੇਬ ਅੱਗੇ ਗੱਲਾਂ ਆਖਣੀਆਂ ਕਰਾਂਗੇ। ਕਰ ਮਸਲਤ ਨੌ ਰੰਗ ਢਿੱਗ ਆਏ, ਇਹ ਸਾਰੇ ਮੌਲਾਨੇ ਕਾਜੀ ਜੋ ਹਿਰਦੇ ਕਰਕੇ ਬਾਬੇ ਰਾਮ ਰਾਏ ਤੋਂ ਕਹਿੰਦੇ ਦਵੈਸ਼ ਕਰਦੇ, ਈਰਖਾ ਕਰਦੇ, ਸਲਾਹ ਕਰਕੇ ਔਰੰਗਜ਼ੇਬ ਦੇ ਕੋਲ ਚਲੇ ਆਏ। ਪੂਰਬ ਅਪਰ ਪ੍ਰਸੰਗ ਚਲਾਏ, ਜਦੋਂ ਇਹ ਔਰੰਗਜ਼ੇਬ ਪਾਸ ਪਹੁੰਚੇ, ਆ ਕਰਕੇ ਨਾ ਪਹਿਲਾਂ ਔਰੰਗਜ਼ੇਬ ਕੋਲ ਕੁਝ ਹੋਰ ਗੱਲਾਂ ਬਾਤਾਂ ਕੀਤੀਆਂ, ਹਲਕਤ ਨੂੰ ਲੈ ਕੇ, ਇਸਲਾਮ ਨੂੰ ਲੈ ਕਰਕੇ, ਰਈਅਤ ਨੂੰ ਲੈ ਕੇ ਹੋਰ ਗੱਲਾਂ ਕਰਦੇ ਰਹੇ। ਜਾਣ ਸਾਰ ਨਹੀਂ ਉਹਨੂੰ ਆਖਿਆ ਵੀ ਬਾਦਸ਼ਾਹ ਤੂੰ ਕੁਝ ਗਲਤ ਕਰ ਰਿਹਾ। ਪਹਿਲਾਂ ਜਦੋਂ ਗਏ ਬੜੇ ਆਦਰ ਦੇ ਨਾਲ ਮਿਲੇ, ਜਾ ਕਰਕੇ ਉਹਦੇ ਨਾਲ ਹੋਰ ਗੱਲਾਂ ਕਰਦੇ ਰਹੇ। ਪੁਨ ਨਿਜ ਮਤ ਕੋ ਮਤਾ ਬਖਾਨਾ, ਫਿਰ ਜੋ ਕਹਿੰਦੇ ਆਪਣਾ ਇਹ ਮਤਾ ਮਰਤਾਂਤ ਜਿਹੜਾ ਪਕਾ ਕੇ ਗਏ ਸੀ ਨਾ ਸਤ ਮਸਲਾ, ਉਹ ਇਹਨਾਂ ਨੇ ਕਹਿੰਦੇ ਬਾਦਸ਼ਾਹ ਅੱਗੇ ਔਰੰਗਜ਼ੇਬ ਅੱਗੇ ਪੇਸ਼ ਕੀਤਾ। ਆਖਣ ਲੱਗੇ ਸੁਨਹੁ ਸਾਹ ਜੀ ਵੱਡ ਬੁੱਧਵਾਨਾ, ਕੀ ਆਖਦੇ ਆ ਇਹ ਹਜ਼ਰਤ ਔਰੰਗਜ਼ੇਬ ਬਾਦਸ਼ਾਹ ਵੱਡ ਬੁੱਧਵਾਨਾ। ਬਾਦਸ਼ਾਹ ਕਹਿੰਦੇ ਤੂੰ ਬੜਾ ਦਾਨਾ, ਬੁੱਧਵਾਨ ਭਾਵ ਬਹੁਤਾ ਸਿਆਣਾ, ਦਾਨਾ ਸਿਆਣੇ ਨੂੰ ਆਖਦੇ, ਬੜਾ ਸਮਤਵੰਤ, ਤੂੰ ਬੜਾ ਬਲਵਾਨ ਰਾਜਾ, ਤੂੰ ਬੜਾ ਨੀਤੀਵਾਨ ਰਾਜਾ। ਬੜੀ ਉਪਮਾ ਕਰਦੇ ਨੇ ਔਰੰਗਜ਼ੇਬ, ਕਿਉਂਕਿ ਔਰੰਗਜ਼ੇਬ ਉਪਮਾ ਪਸੰਦ ਆ ਤੇ ਉਪਮਾ ਸਾਰਿਆਂ ਨੂੰ ਪਸੰਦ ਹੁੰਦੀ। ਵਡਿਆਈ ਭਲਾ ਕੌਣ ਨਹੀਂ ਚਾਹੁੰਦਾ ਮੇਰੀ ਵਡਿਆਈ ਹੋਵੇ। ਇਹ ਸਭ ਤੋਂ ਪਹਿਲਾਂ ਔਰੰਗਜ਼ੇਬ ਦੀ ਵਡਿਆਈ ਕਰਦੇ ਆ, ਕਹਿੰਦੇ ਬਾਦਸ਼ਾਹ ਤੂੰ ਬੜਾ ਬੁੱਧੀਵਾਨ ਹੈ, ਬੜਾ ਚੰਗਾ ਬਾਦਸ਼ਾਹ। ਕਹਿੰਦੇ ਸਰਾ ਵਾਹਰ ਜੇ ਹਿੰਦੁਨ ਮਤ ਹੈ, ਤਿਸ ਕਹੋ ਨਿਤ ਸਨਮਾਨਤ ਅਤ ਹੈ। ਇਹ ਬਾਦਸ਼ਾਹ ਇਹ ਜਿਹੜਾ ਕਹਿੰਦੇ ਹਿੰਦੁਨ ਮਤ, ਹਿੰਦੁਨ ਭਾਵ ਸਨਾਤਨ ਦਾ ਮਤ, ਸਨਾਤਨੀਏ ਲੋਕ,
ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਵੀ ਜਿਹੜੇ ਉਸ ਸਮੇਂ ਦੇ ਮੁਸਲਮਾਨ ਕਾਜੀ ਸੀ, ਮੌਲਾਨੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਸਿੱਖ ਵੀ ਹਿੰਦੂ ਹੈ। ਉਹ ਮਨ ਕਰਕੇ ਸਮਝਦੇ ਸਨ, ਸਿੱਖਾਂ ਨੂੰ ਹਿੰਦੂ ਹੀ ਸਮਝਦੇ ਸੀ। ਉਹ ਸਿੱਖ ਮਤ ਬਾਰੇ ਬਹੁਤਾ ਕੁਝ ਜਾਣਦੇ ਨਹੀਂ ਸੀ। ਇਸ ਪ੍ਰਕਾਰ ਉਹ ਆਖਦੇ ਵੀ ਜਿਹੜਾ ਹਿੰਦੂਆਂ ਦਾ ਮਤ ਹੈ ਸਰਾ ਵਹਿਰ, ਇਹ ਇਸਲਾਮ ਮਤ ਦੀ ਸਰਾ ਤੋਂ, ਨਿਯਮਾਂ ਤੋਂ, ਮਰਿਆਦਾ ਤੋਂ ਵਹਿਰ ਬਾਹਰ ਹੈ। ਤਿਸ ਕਹੋ ਨਿਤ ਸਨਮਾਨ ਤੁਅਤ ਹੈ। ਸੋ ਇਹ ਜਿਹੜਾ ਮਤ ਹੈ ਇਹ ਤੇ ਕਹਿੰਦੇ ਕਾਫਰਾਂ ਦਾ, ਇਹ ਤੇ ਕਾਫਰ ਹੈ। ਤੂੰ ਇਹਨਾਂ ਦਾ ਬਹੁਤਾ ਸਨਮਾਨ ਕਰਦਾ ਬਾਦਸ਼ਾਹ। ਜਿਨ ਕੋ ਬੋਲਨ ਮਿਲਨ ਸੋ ਦੋਸਾ, ਤਿਸ ਪਰ ਸਾਦਰ ਰਖੋ ਭਰੋਸਾ। ਇਹ ਬਾਦਸ਼ਾਹ ਸਾਰਾ ਅਨੁਕੂਲ ਇਹਨਾਂ ਨੂੰ ਮਿਲਣਾ, ਇਹਨਾਂ ਦੇ ਨਾਲ ਬੋਲ ਬਾਣੀ ਦੀ ਸਾਂਝ ਰੱਖਣੀ। ਦੋਸ਼ ਇੱਕ ਤਰ੍ਹਾਂ ਦਾ ਗੁਨਾਹ ਹੈ, ਇਹ ਵੀ ਗੁਨਾਹ ਆ, ਹਰਾਮ ਆ ਕਹਿੰਦੇ ਇਹਨਾਂ ਨਾਲ ਬੋਲਣਾ, ਇਹਨਾਂ ਨੂੰ ਮਿਲਣਾ, ਇਹ ਇੱਕ ਗੁਨਾਹ ਕਹਿੰਦੇ ਹਰਾਮ ਹੈ। ਤਿਸ ਪਰ ਸਾਦਰ ਰੱਖੋ ਭਰੋਸਾ। ਇਹ ਬਾਦਸ਼ਾਹ ਤੂੰ ਉਹਨਾਂ ਦਾ ਬਹੁਤਾ ਆਦਰ ਕਰਦਾ ਤੇ ਬਹੁਤਾ ਭਰੋਸਾ ਵੀ ਰੱਖਦਾ। ਤੁਰਕ ਲੋਕ ਗਨ ਖੇਤ ਵਿਸਾਲਾ, ਸਿੰਚਨ ਹਾਰ ਆਪ ਸਭ ਕਾਲਾ। ਇਹ ਬਾਦਸ਼ਾਹ ਜਿਹੜੇ ਇਸਲਾਮ ਮਤ ਆ, ਇਸਲਾਮ ਮਤ ਦੇ ਜਿਹੜੇ ਲੋਕ ਆ, ਮੰਨ ਲੈਣਾ ਕਰ ਵੀ ਉਹ ਸਾਰੇ ਇੱਕ ਖੇਤ ਦੀ ਨਿਆਈ ਆ। ਜਿੰਨੀ ਇਸਲਾਮ ਮਤ ਦੀ ਪਰਜਾ ਸਾਰੀ ਇੱਕ ਖੇਤ ਦੀ ਤਰ੍ਹਾਂ। ਸਿੰਚਨ ਹਾਰ ਆਪ ਸਭ ਕਾਲਾ। ਕਿ ਬਾਦਸ਼ਾਹ ਤੂੰ ਉਸ ਖੇਤ ਦਾ ਕਿਰਸਾਨ ਹੈ, ਜਿਸ ਕਿਰਸਾਨ ਨੇ ਉਸ ਖੇਤ ਦੀ ਸਿੰਚਾਈ ਕਰਨੀ ਹੈ, ਉਸ ਖੇਤ ਨੂੰ ਪਾਲਣਾ, ਪਾਣੀ ਦੇਣਾ, ਉਹਨੂੰ ਵਾੜ ਕਰਨੀ ਹੈ। ਸਰਾ ਬਾਰ ਚਾਹੁੰਦੇ ਸਮਹਿ ਆ ਕੇ, ਤੇ ਸਰਾ ਕਹਿੰਦੇ ਵੀ ਚਾਰੇ ਪਾਸੇ ਉਸ ਖੇਤ ਦੇ ਵਾੜ ਕੀਤੀ ਹੋਈ ਆ। ਜਿੱਦਾਂ ਖੇਤ ਨੂੰ ਵਾੜ ਕਰ ਦਈਦੀ ਆ ਨਾ, ਵੀ ਕੋਈ ਪਸ਼ੂ ਵਿੱਚ ਨਾ ਜਾਵੇ, ਖੇਤ ਦੇ ਨੁਕਸਾਨ ਨਾ ਕਰੇ ਖੇਤੀ ਦਾ। ਆਏ ਕਹਿੰਦੇ ਵੀ ਜਿਹੜੀ ਇਸਲਾਮ ਮਤ ਦੇ ਵਿੱਚ ਸਰਾ ਇੱਕ ਵਾੜ ਕੀਤੀ ਹੋਈ ਆ, ਉਹ ਵਾੜ ਹੈ। ਕਰਤਾ ਪੁਸ਼ਟ ਸਦਾ ਤੁਮ ਤਾਂ ਕੇ। ਇਹ ਬਾਦਸ਼ਾਹ ਤੂੰ ਉਸ ਵਾੜ ਨੂੰ ਤਗੜੀ ਕਰਨਾ। ਕਿਰਸਾਨ ਆ ਜਿਹੜਾ, ਉਹ ਜਿਹੜੀ ਵਾੜ ਨੂੰ ਤਗੜੀ ਕਰਕੇ ਰੱਖਦਾ, ਮਜ਼ਬੂਤ ਕਰਕੇ ਰੱਖਦਾ, ਵੀ ਕੋਈ ਪਸ਼ੂ ਉਸ ਵਾੜ ਨੂੰ ਤੋੜ ਕੇ ਅੰਦਰ ਨਾ ਵੜ ਜਾਏ, ਫਸਲ ਦਾ ਨੁਕਸਾਨ ਨਾ ਕਰ ਦੇ। ਉਹ ਕਹਿੰਦੇ ਉਸ ਵਾੜ ਨੂੰ ਪੁਸ਼ਟ ਤਗੜੀ ਕਰਨ ਵਾਲਾ ਵੀ ਤੂੰ ਹੈ। ਜੇ ਨਾ ਦੇਹੋ ਸੁਧ ਦੇਹੋ ਬੇਗਾਰੀ। ਇਹ ਬਾਦਸ਼ਾਹ ਜੇ ਤੂੰ ਇਸਲਾਮ ਮਤ ਦੀ ਸੁਧ ਨਹੀਂ ਲਵੇਗਾ, ਖਬਰਸਾਰ ਨਹੀਂ ਲਵੇਗਾ, ਤੇ ਦੇਹੋ ਬੇਗਾਰੀ, ਫਿਰ ਕਹਿੰਦੇ ਜਿਹੜਾ ਆਪਣਾ ਇਸਲਾਮ ਧਰਮ ਹੈ, ਜਿਹਨੂੰ ਆਪਾਂ ਪੂਰੇ ਹਿੰਦੁਸਤਾਨ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਆ, ਦੇਹੋ ਬੇਗਾਰੀ, ਇਹਦੇ ਵਿੱਚ ਵਿਗਾੜ ਆ ਜਾਵੇਗਾ, ਇਹ ਵਿਗੜ ਜਾਵੇਗਾ, ਇਹ ਸਗੋਂ ਹੋਰ ਘਟ ਜਾਵੇਗਾ। ਅਪਰ ਖਿਆਲ ਲੱਗ ਹਿਰਦੇ ਵਿਸਾਰੀ। ਇਹ ਬਾਦਸ਼ਾਹ ਤੂੰ ਹੋਰ ਖਿਆਲਾਂ ਦੇ ਵਿੱਚ ਲੱਗ ਕਰਕੇ ਇਸ ਬਾਤ ਨੂੰ ਆਪਣੇ ਹਿਰਦੇ ਦੇ ਵਿੱਚੋਂ ਵਿਸਾਰ ਭੁਲਾ ਦੇਣਾ ਕੀਤਾ, ਤਿਆਗ ਦਿੱਤਾ। ਇਹ ਗੱਲ ਤੇ ਤੈਨੂੰ ਯਾਦ ਹੀ ਨਹੀਂ ਰਹੀ। ਬਾਦਸ਼ਾਹ ਤੂੰ ਬਾਦਸ਼ਾਹਤ ਦੇ ਤਖਤ ਤੇ ਬਹਿਣ ਲੱਗਿਆ ਪ੍ਰਣ ਕੀਤਾ ਸੀ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਇਸਲਾਮ ਮਤ ਪੈਦਾ ਕਰੇਗਾ, ਜਿੰਨੇ ਹਿੰਦੁਸਤਾਨੀ ਲੋਕ ਆ ਸਾਰਿਆਂ ਨੂੰ ਮੁਸਲਮਾਨ ਬਣਾਵੇਗਾ। ਉਹ ਕਹਿੰਦੇ ਤੂੰ ਆਪਣੀ ਮਤ ਦੇ ਵਿੱਚੋਂ ਗੱਲ ਵਿਸਾਰ ਦਿੱਤੀ ਹੈ, ਭੁਲਾ ਦਿੱਤੀ ਹੈ। ਤਬ ਨਾ ਰਹਿ ਇਹ ਤੁਰਤ ਬਿਨਾਸੀ। ਇਹ ਬਾਦਸ਼ਾਹ ਜੇ ਤੂੰ ਇਹ ਗੱਲ ਕਹਿੰਦੇ ਆਪਣੇ ਹਿਰਦੇ ਚੋਂ ਵਿਸਾਰ ਦਿੱਤੀ, ਸਰਾਂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ, ਫਿਰ ਕਹਿੰਦੇ ਜਿਹੜਾ ਆਪਣਾ ਇਸਲਾਮ ਧਰਮ ਹੈ ਨਾ, ਇਹ ਬਹੁਤਾ ਸਮਾਂ ਇੱਥੇ ਖਲੋਵੇਗਾ ਨਹੀਂ। ਤੁਰਤ ਵਿਨਾਸੀ, ਸਗੋਂ ਕਹਿੰਦੇ ਛੇਤੀ ਵਿਨਾਸ਼ ਖਤਮ ਹੋ ਜਾਵੇਗਾ। ਹੋਏ ਬਤੋ ਪੁਨ ਜਗਤ ਪ੍ਰਕਾਸ਼ੀ। ਇਹ ਬਾਦਸ਼ਾਹ ਫਿਰ ਇਸਲਾਮ ਧਰਮ ਦਾ ਜਗਤ ਅੰਦਰ ਪ੍ਰਕਾਸ਼ ਕਿਵੇਂ ਹੋਵੇਗਾ? ਇਹਦਾ ਜਿਹੜਾ ਚਾਨਣਾ ਕਹਿੰਦੇ ਚਾਰੇ ਪਾਸੇ ਕਿਵੇਂ ਜਾਵੇਗਾ? ਇਸਲਾਮ ਮਤ ਹੋਰ ਵਧੇ ਫੁੱਲੇਗਾ ਕਿਵੇਂ? ਮੁਸਲਮਾਨ ਕੀ ਸਭਾ ਮਝਾਰੀ। ਮੁਸਲਮਾਨਾਂ ਦੀ ਸਭਾ ਦੇ ਵਿੱਚ ਪ੍ਰਵਿਸਹਾਇਆਨ ਹਿੰਦੂ ਹੰਕਾਰੀ। ਉਹ ਕਹਿੰਦੇ ਰਾਮ ਰਾਏ ਜੋ ਕਿ ਹਿੰਦੂ ਹੈ, ਉਹ ਬੜੇ ਹੰਕਾਰ ਦੇ ਨਾਲ ਆਉਂਦਾ। ਤੁਮ ਸਭ ਤੇ ਤੇ ਉੱਚ ਬਿਠਾਵੋ। ਇਹ ਬਾਦਸ਼ਾਹ ਇਹ ਉਸ ਰਾਮ ਰਾਏ ਦੇ ਤਾਈ ਕਹਿੰਦੇ ਤੂੰ ਵੀ ਉੱਚਾ ਆਸਣ ਲਾ ਕੇ ਬਿਠਾਉਣਾ। ਨਿਤ ਪ੍ਰਤ ਪ੍ਰੇਮ ਵਿਸਾਲ ਵਧਾਵੋ। ਰੋਜ਼ਾਨਾ ਹੀ ਉਸ ਰਾਮ ਰਾਏ ਦੇ ਨਾਲ ਤੂੰ ਬਹੁਤਾ ਪ੍ਰੇਮ ਵੀ ਵਧਾਉਣਾ ਹੈ। ਇਹ ਅਜੋਗ ਹੋਏ ਹਿਰਦੇ ਵਿਚਾਰੋ।
ਇਹ ਬਾਦਸ਼ਾਹ ਤੂੰ ਆਪਣੇ ਹਿਰਦੇ ਦੇ ਵਿੱਚ ਵਿਚਾਰਨਾ ਕਰ ਵੀ ਇਹ ਜਿਹੜੀ ਗੱਲ ਹੈ ਨਾ, ਇਹ ਯੋਗ ਹੈ ਵੀ ਭਾਵ ਯੋਗ ਨਹੀਂ ਹੈ, ਚੰਗੀ ਨਹੀਂ ਹੈ। ਇਸਲਾਮ ਮਤ ਵਾਸਤੇ ਭਲੇ ਦੀ ਗੱਲ ਨਹੀਂ ਕਹਿੰਦੇ। ਸਰਾ ਬਾਰ ਕੋ ਨਹਿਨ ਬਿਗਾਰੋ। ਸੋ ਬਾਦਸ਼ਾਹ ਜੋ ਇਸਲਾਮ ਮਤ ਦੀ ਸਰਾ ਨਾ, ਇਹ ਇਸਲਾਮ ਜਗਤ ਵਾਸਤੇ ਇੱਕ ਵਾੜ ਦਾ ਕੰਮ ਕਰਦੀ ਹੈ। ਜਿਵੇਂ ਖੇਤ ਨੂੰ ਵਾੜ ਲਾਈ ਜਾਂਦੀ ਹੈ, ਉਵੇਂ ਇੱਕ ਵਾੜ ਦਾ ਕੰਮ ਕਰ ਰਹੀ ਹੈ ਸਰਾ। ਨਾਹਿਨ ਬਿਗਾਰੋ, ਤੂੰ ਇਸ ਇਸਲਾਮ ਮਤ ਦੀ ਸਰਾ ਨੂੰ ਵਿਗਾੜਨਾ ਨਾ ਕਰ। ਕਰਤ ਤੁਰਕ ਤਕਰਾਰ ਤਹਕੀਕੀ। ਇਹ ਬਾਦਸ਼ਾਹ ਤੇਰੇ ਇਸ ਬਦਲਾਵ ਨੂੰ ਵੇਖ ਕਰਕੇ, ਰਾਮ ਰਾਏ ਨਾਲ ਵਧੇ ਬਹੁਤੇ ਪ੍ਰੇਮ ਨੂੰ ਵੇਖ ਕਰਕੇ, ਜਿਹੜੇ ਤੁਰਕ ਲੋਕ ਆ, ਜਿਹੜੇ ਤੇਰਾ ਬਹੁਤਾ ਸਨਮਾਨ ਕਰਦੇ ਸੀ, ਉਹ ਅੱਜ ਕੱਲ ਕਹਿੰਦੇ ਸਾਡੇ ਨਾਲ ਤਕਰਾਰ ਕਰਦੇ, ਝਗੜਾ ਕਰਦੇ ਆ। ਵੀ ਇਹ ਬਾਦਸ਼ਾਹ ਕੀ ਕਰਦਾ? ਕਿਸਹੋਂ ਨਾ ਮਨ ਕਹੋ ਲਾ ਕਹਿ ਕੀ। ਬਾਦਸ਼ਾਹ ਇਹ ਤੇਰਾ ਜਿਹੜਾ ਬਦਲਿਆ ਹੋਇਆ ਰੁੱਖ ਹੈ ਨਾ, ਵੀ ਇਹ ਕਹਿੰਦੇ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਉੱਤਮ ਨਹੀਂ ਲੱਗਦਾ। ਸੁਨਤ ਸਾਹੋ ਨੇ ਤਨਹਿ ਸੁਨਾਇਓ। ਇਸ ਪ੍ਰਕਾਰ ਔਰੰਗਜ਼ੇਬ ਨੇ ਕਹਿੰਦੇ ਮਲਾਨੇ ਕਾਜ਼ੀਆਂ ਦਾ ਇਹ ਜਿਹੜਾ ਮਤਾਂਤ ਉਹ ਪਕਾ ਕੇ ਆਈ ਸੀ, ਸਾਰਾ ਸੁਣਨਾ ਕੀਤਾ ਤੇ ਸੁਣ ਕਰਕੇ ਫਿਰ ਅੱਗੇ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਉਹਨਾਂ ਦੇ ਤਾਈਂ ਸੁਣਾਇਓ, ਸੁਣਾਉਣ ਲੱਗਿਆ, ਆਖਣ ਲੱਗਿਆ। ਕੀ ਆਖਦਾ ਔਰੰਗਜ਼ੇਬ? ਅਜਮਤੋਜ ਅਜਮਾਇਓ। ਉਹ ਆਖਦਾ ਵੀ ਇਹ ਮੌਲਾਨਾ ਹਜ਼ਰਾਤ ਭਾਵ ਇੱਕ ਤੋਂ ਜ਼ਿਆਦਾ ਸਤਿਕਾਰਯੋਗ ਮੌਲਵੀ ਨੇ। ਆਪਾਂ ਕਹਿੰਦਾ ਸਾਰਿਆਂ ਨੇ ਵੇਖਿਆ ਅਜਮਤੋਜ ਅਜਮਾਇਓ। ਉਹ ਜੋ ਗੁਰੂ ਦਾ ਪੁੱਤਰ ਹੈ ਨਾ ਰਾਮ ਰਾਏ, ਬਾਬਾ ਰਾਮ ਰਾਏ, ਉਹਦੇ ਵਿੱਚ ਅਜਮਤ ਦਾ ਓਜ ਬਲ ਹੈ। ਕਹਿੰਦਾ ਉਹਦੇ ਅੰਦਰ ਆਪਣੀ ਅਜਮਤ ਦਾ ਬਲ ਹੈ, ਕਰਾਮਤ ਦਾ ਬਲ ਹੈ। ਅਜਮਾਇਓ ਆਪਾਂ ਕਈ ਵਾਰ ਚੰਗੀ ਤਰ੍ਹਾਂ ਅਜਮਾ ਕੇ ਪਰਖ ਕੇ ਵੇਖ ਚੁੱਕੇ ਹਾਂ। ਜਿਮ ਹਮ ਬਿਖਮ ਬਖਾਨੀ ਤਾਹੇ। ਜਿਸ ਪ੍ਰਕਾਰ ਆਪਾਂ ਕਠਨ ਤੋਂ ਕਠਨ ਗੱਲ ਉਹਦੇ ਤਾਈਂ ਆਖਣੀ ਕੀਤੀ। ਕਰ ਦਿਖਾਏ ਤਨਕ ਨਾ ਮਿਲ ਮਾਹੇ। ਤੇ ਗੁਰੂ ਕੇ ਉਸ ਪੁੱਤਰ ਨੇ ਕਹਿੰਦਾ ਬਿਨਾਂ ਕਿਸੇ ਦੇਰ ਤੋਂ ਇੱਕ ਤਨਕ ਮਾਤਰ ਜਿਹਨੇ ਸਮੇਂ ਦੇ ਵਿੱਚ ਉਹ ਆਪਣੀ ਆਖੀ ਹੋਈ ਪਰਖ ਨੂੰ ਪੂਰਿਆ ਕਰਕੇ ਦਿਖਾ ਦਿੱਤਾ। ਆਪਣੀ ਕਰਾਮਾਤ ਕੇ ਓਜ, ਆਪਣੀ ਕਰਾਮਤ ਦੇ ਬਲ ਕਰਕੇ, ਆਪਣੀ ਅਜਮਤ ਦੇ ਬਲ ਕਰਕੇ ਬੈਠਾ ਹੈ ਸਭ ਤੇ ਉੱਚੋ ਰੋਜ। ਗੁਰੂ ਕਾ ਉਹ ਪੁੱਤਰ ਕਹਿੰਦੇ ਸਭਾ ਦੇ ਵਿੱਚ ਉੱਚਾ ਉੱਠ ਕੇ ਹੋ ਕੇ ਬੈਠਦਾ। ਔਰੰਗਜ਼ੇਬ ਆਖਦਾ ਕਿ ਮੈਂ ਉਹਨੂੰ ਉੱਚਾ ਨਹੀਂ ਬਿਠਾਇਆ, ਉਹਦੇ ਅੰਦਰ ਅਜਮਤ ਦਾ ਬਲ ਹੈ, ਉਹ ਆਪਣੀ ਅਜਮਤ ਦੇ ਬਲ ਕਰਕੇ ਉੱਚਾ ਹੋ ਕੇ ਬਹਿੰਦਾ। ਉਹਦੇ ਅੰਦਰ ਐਸੀ ਸਮਰੱਥਾ, ਐਸੀ ਕਾਬਲਤਾ ਜਿਹਦੇ ਕਰਕੇ ਉੱਚਾ ਹੋ ਕੇ ਬੈਠਦਾ। ਨਾ ਕਿਸ ਹੁਣ ਤੇ ਹਟਾਏ ਹਟਾਇਓ। ਤੇ ਉਹਨੂੰ ਬਈ ਕੋਈ ਵੀ ਹਟਾ ਨਹੀਂ ਸਕਦਾ, ਰੋਕ ਨਹੀਂ ਸਕਦਾ। ਉਹ ਕਿਸੇ ਦੇ ਰੋਕਣ ਦੇ ਨਾਲ ਹਟੇਗਾ ਨਹੀਂ। ਜਿਸ ਕੋ ਜਸ ਸਭ ਹਨ ਪਰਸਾਇਓ। ਗੁਰੂ ਕੇ ਉਸ ਪੁੱਤਰ ਦਾ ਜਿਹੜਾ ਜਸ ਹੈ ਨਾ, ਉਹ ਸਾਰੇ ਪਾਸੇ ਛਾਇਆ ਹੋਇਆ। ਸਾਰੇ ਲੋਕ ਉਹਦੀ ਤਾਰੀਫ ਕਰਦੇ ਆ, ਸਾਰੇ ਲੋਕ ਉਹਦੀ ਵਡਿਆਈ ਕਰਦੇ ਆ, ਲੋਕ ਉਹਦੇ ਕੋਲ ਚੱਲ ਕਰਕੇ ਜਾਂਦੇ ਆ, ਪਿਟਾਵਾਂ ਅਰਪਣ ਕਰਦੇ ਆ, ਮੱਥੇ ਨਮਾਉਂਦੇ ਆ। ਇਹ ਉਹਦਾ ਚਾਰੇ ਪਾਸੇ ਜਸ ਛਾਇਆ ਹੋਇਆ ਹੈ। ਕਰ ਕਰ ਬੰਧਨ ਹੋ ਵਹਿ ਸਿੱਖ। ਮੈਂ ਵੇਖਿਆ ਬਹੁਤ ਸਾਰੇ ਲੋਕ ਰਾਮ ਰਾਏ ਨੂੰ ਜਾ ਕਰਕੇ ਬੰਧਨ ਕਰਦੇ ਆ, ਮੱਥੇ ਟੇਕਦੇ ਆ। ਹੋ ਵਹਿ ਸਿੱਖ, ਉਹਦੀ ਚਰਨ ਪੋਲ ਲੈ ਕੇ ਉਹਦੇ ਸੇਵਕ ਬਣ ਰਹੇ ਆ। ਸੋ ਗਤ ਭਾਖਤ ਭੂਤ ਭਵਿੱਖ। ਵਈ ਕਹਿੰਦਾ ਬਣਨ ਵੀ ਕਿਉਂ ਨਾ। ਉਸ ਬਾਬੇ ਰਾਮ ਰਾਏ ਦੇ ਵਿੱਚ ਐਸੀ ਸਮਰੱਥਾ, ਉਹ ਤਿੰਨਾਂ ਸਮਿਆਂ ਦੀ ਚਾਲ ਦੱਸ ਦਿੰਦਾ। ਉਹ ਤ੍ਰਈ ਕਾਲ ਗਿਆ ਤਾਂ ਉਹਨੂੰ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ ਦਾ ਗਿਆਨ ਉਹ ਜਾਣਦਾ ਹੈ ਸਭ ਕੁਝ। ਸਾਹੋ ਸਾਥ ਪੁਨ ਤੁਰਕ ਵਖਾਨੈ। ਜਦੋਂ ਇਸ ਪ੍ਰਕਾਰ ਕਹਿੰਦੇ ਔਰੰਗਜ਼ੇਬ ਨੇ ਮਲਾਨੇ ਕਾਜ਼ੀਆਂ ਦੀ ਸਭਾ ਦੇ ਵਿੱਚ ਬਾਬੇ ਰਾਮ ਰਾਏ ਦਾ ਪੱਖ ਕੀਤਾ, ਮਲਾਨੇ ਕਾਜ਼ੀ ਫੇਰ ਕਹਿੰਦੇ ਇੱਕ ਵਾਰ ਆਪਣੀ ਬਾਤ ਔਰੰਗਜ਼ੇਬ ਦੇ ਸਨਮੁਖ ਰੱਖ ਰਹੇ, ਆਖਦੇ ਆ ਹਮ ਸਮ ਤੁਰਕ ਨਾ ਤਿਨ ਕਹੋ ਮਨ ਹੈ। ਕਹਿੰਦੇ ਬਾਦਸ਼ਾਹ ਮੰਨਦੇ ਆ ਵੀ ਅਸੀਂ ਮੰਨਦੇ ਆ ਲੋਕ ਉਹਨੂੰ, ਗੁਰੂ ਕੇ ਉਸ ਪੁੱਤਰ ਸਾਹਿਬਜ਼ਾਦੇ ਰਾਮ ਰਾਏ ਨੂੰ ਮੱਥਾ ਨਵਾਉਂਦੇ ਹੋਣਗੇ, ਲੋਕ ਉਹਦੀ ਅਜਮਤ ਨੂੰ ਦੇਖ ਕੇ ਭ੍ਰਮਿਤ ਹੋ ਜਾਂਦੇ ਹੋਣੇ। ਪਰ ਹਮ ਸਮ ਜਿਹੜੇ ਸਾਡੇ ਵਰਗੇ ਕਹਿੰਦੇ, ਸਾਡੇ ਵਰਗੇ ਜਿਹੜੇ ਕੱਟੜ ਮੁਸਲਮਾਨ ਆ, ਕੱਟੜ ਸਰੀਅਨ ਲੋਕ, ਸਰੀਅਤੀ ਲੋਕ ਆ ਨਾ ਜਿਹੜੇ, ਉਹ ਉਹਨੂੰ ਮੰਨਦੇ ਨਹੀਂ, ਕੁਝ ਨਹੀਂ ਮੰਨਦੇ। ਕਹਿੰਦੇ
ਅਜਮਤ ਰੋਜ਼ ਹਜ਼ਾਰ ਹੋਂ ਕਰੇ, ਚਾਹੇ ਸਾਡੇ ਵੱਲੋਂ ਰੋਜ਼ਾਨਾ ਕਹਿੰਦੇ ਹਜ਼ਾਰਾਂ ਅਜਮਤਾਂ ਦਿਖਾਉਣੀਆਂ ਕਰੇ, ਰੋਜ਼ਾਨਾ ਹਜ਼ਾਰਾਂ ਕਰਾਮਾਤਾਂ ਦਿਖਾਵੇ, ਅਸੀਂ ਆਪਣਾ ਦੀਨ ਛੱਡ ਕੇ ਕਦੇ ਵੀ ਉਸ ਗੁਰੂ ਕੇ ਪੁੱਤਰ ਨੂੰ ਕਦੇ ਨਹੀਂ ਮੰਨਾਂਗੇ। ਆਜ ਨਾ ਚੌਂਕੀ ਵਿੱਚ ਡਸਾਵਹ, ਸੋ ਹੇ ਬਾਦਸ਼ਾਹ ਵੀ ਸਾਡੀ ਕਦੇ ਤੇਰੇ ਅੱਗੇ ਅਰਜ਼ ਹੈ। ਆਜ ਨਾ ਚੌਂਕੀ ਵਿੱਚ ਡਸਾਵਹ, ਜਦੋਂ ਗੁਰੂ ਦਾ ਪੁੱਤਰ ਇਸ ਸਭਾ ਦੇ ਵਿੱਚ ਚੱਲ ਕੇ ਆਉਂਦਾ ਹੈ, ਤੂੰ ਉਹਦਾ ਆਸਣ, ਉਹਦੀ ਚੌਂਕੀ ਆਪਣੇ ਬਰਾਬਰ ਕਰਕੇ ਢਵਾ ਦੇਣਾ। ਉਹਦੀ ਚੌਂਕੀ ਤੇਰੇ ਬਰਾਬਰ ਕਰਕੇ ਡਾਈ ਜਾਂਦੀ ਹੈ, ਅਸੀਂ ਸਾਰੇ ਨੀਵੇਂ ਬੈਠਦੇ ਆ, ਉਹ ਉੱਚਾ ਹੋ ਕੇ ਬੈਠਦਾ ਬਾਦਸ਼ਾਹ ਤੇਰੇ ਬਰਾਬਰ। ਬਈ ਤੂੰ ਤੇ ਕਹਿੰਦੇ ਸਾਡਾ ਬਾਦਸ਼ਾਹ, ਪਰ ਗੁਰੂ ਦਾ ਪੁੱਤਰ ਕਹਿੰਦੇ ਸਾਡੇ ਤੋਂ ਉੱਚਾ ਹੋ ਕੇ ਭਲਾ ਕਿਉਂ ਬੈਠੇ? ਜੇ ਤੇ ਉਹਦੀ ਚੌਂਕੀ ਲਾਉਣੀ ਹੈ ਤੇ ਸਾਡੇ ਬਰਾਬਰ ਕਰਕੇ ਲਾਈ ਜਾਵੇ, ਨਹੀਂ ਤੇ ਲਾਈ ਨਾ ਜਾਵੇ, ਉਹਦੀ ਚੌਂਕੀ ਨਾ ਲਾਈ ਜਾਵੇ, ਉਹਦੇ ਵਾਸਤੇ ਕੋਈ ਆਸਣ ਨਾ ਲਾਇਆ ਜਾਵੇ ਸਭਾ ਦੇ ਵਿੱਚ। ਇਸ ਪ੍ਰਕਾਰ ਫਿਰ ਇਹ ਮੌਲਾਨੇ ਤੇ ਕਾਜੀ ਆਖਦੇ ਆ ਵੀ ਜਦੋਂ ਗੁਰੂ ਕੇ ਪੁੱਤਰ ਵਾਸਤੇ ਕੋਈ ਆਸਣ ਨਾ ਲਾਇਆ ਗਿਆ, ਇਹਨਾਂ ਦੇ ਮਨ ਦੀ ਬਾਤ ਆ ਵੀ ਉਹਦਾ ਨਿਰਾਦਰ ਹੋ ਜਾਵੇਗਾ। ਇੱਕ ਸਭਾ ਲੱਗੀ ਹੈ, ਸਾਰੇ ਲੋਕਾਂ ਵਾਸਤੇ ਆਸਣ ਲੱਗੇ ਆ, ਗੁਰੂ का पुत्र जो बहुता मोहतरम है, उस सभा ਦੇ ਵਿੱਚ ਬਹੁਤਾ ਅਜੀਜ਼ ਹੈ, ਜਿਹਦਾ ਆਸਣ ਬਾਦਸ਼ਾਹ ਦੇ ਬਰਾਬਰ ਲੱਗਦਾ, ਜਦੋਂ ਉਹਦੇ ਵਾਸਤੇ ਕੋਈ ਆਸਣ ਨਾ ਲਾਇਆ ਗਿਆ ਤੇ ਸੁਭਾਵਕ ਹੈ ਵੀ ਉਹਨੂੰ ਨੀਵਾਂ ਦਿਖਾਇਆ ਜਾ ਰਿਹਾ, ਉਹਦਾ ਨਿਰਾਦਰ ਕਰਨ ਦਾ ਯਤਨ ਕੀਤਾ ਜਾ ਰਿਹਾ, ਉਹਦੀ ਬੇਅਦਬੀ ਦਾ ਯਤਨ ਕੀਤਾ ਜਾ ਰਿਹਾ। ਸੋ ਇਸ ਪ੍ਰਕਾਰ ਇਹ ਮੌਲਾਨੇ ਕਾਜ਼ੀਆਂ ਨੇ ਬਿਉਂਤ ਬਣਾਈ। ਔਰੰਗਜ਼ੇਬ ਨੂੰ ਆਖਦੇ ਆ, ਇਹ ਬਾਦਸ਼ਾਹ ਗੁਰੂ ਦਾ ਜਿਹੜਾ ਪੁੱਤਰ ਆਉਂਦਾ ਨਾ ਸਭਾ ਦੇ ਵਿੱਚ, ਵੀ ਉਹਦੇ ਵਾਸਤੇ ਕਿਸੇ ਪ੍ਰਕਾਰ ਦਾ ਕਦੇ ਕੋਈ ਆਸਣ ਨਾ ਲਾਇਆ ਜਾਵੇ। ਜਿਹੜੀ ਪਹਿਲਾਂ ਚੌਂਕੀ ਡਾਹੀ ਜਾਂਦੀ ਹੈ ਨਾ, ਵੀ ਅੱਗੇ ਉਹ ਕਦੇ ਚੌਂਕੀ ਨਾ ਡਾਹੀ ਜਾਵੇ। ਇਸ ਪ੍ਰਕਾਰ ਸਭ ਮੈਂ ਬੈਠ ਜਾਏ ਗੋ ਸੋਏ, ਉਹ ਸਾਰਿਆਂ ਦੇ ਵਿੱਚ ਹੀ ਬੈਠ ਜਾਵੇਗਾ। ਨਾਹੇ ਤਾਂ ਅੱਗੇ ਠੰਡ ਹੋਏ, ਕਿ ਜੇਕਰ ਨਾ ਬੈਠਾ ਤੇ ਬਾਦਸ਼ਾਹ ਤੇਰੇ ਅੱਗੇ ਖਲੋਤਾ ਰਹੇਗਾ। ਇਮ ਕਰ ਆਪਣੋ ਦੋਸ਼ ਮਿਟਾਵੋ। ਮੌਲਾਨੇ ਕਾਜ਼ੀਆਂ ਨੇ ਔਰੰਗਜ਼ੇਬ ਦੇ ਤਾਈਂ ਪ੍ਰੇਰਣਾ ਕੀਤਾ ਵੀ हे ਬਾਦਸ਼ਾਹ, ਤੂੰ ਇਹ ਕਰਕੇ ਜਿਹੜਾ ਤੇਰੇ ਤੇ ਦੋਸ਼ ਲੱਗਿਆ ਨਾ, ਇਸਲਾਮ ਮਤ ਦੇ ਲੋਕਾਂ ਦੇ ਵਿੱਚ ਤੇਰੇ ਤੇ ਦੋਸ਼ ਲਾਉਂਦੇ ਆ ਵੀ ਇਹ ਔਰੰਗਜ਼ੇਬ ਬਾਦਸ਼ਾਹ ਇਹ ਤੇ ਹਿੰਦੂਆਂ ਦਾ ਪੱਖੀ ਹੋ ਗਿਆ, ਇਹ ਤੇ ਸਿੱਖਾਂ ਦਾ ਪੱਖੀ ਹੋ ਗਿਆ, ਇਹ ਤੇ ਇਸਲਾਮ ਮਤ ਦੀ ਸਰਾਂ ਨੂੰ ਵਿਗਾੜ ਰਿਹਾ। ਤੇਰੇ ਤੇ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ ਵੀ ਮਿਟਾਵੋ, ਕਹਿੰਦੇ ਮਿਟ ਜੂਗਾ ਇਹ, ਤੂੰ ਇਸ ਦੋਸ਼ ਨੂੰ ਇਹ ਮੰਦ ਕਰਮ ਕਰਕੇ ਆਖਦੇ ਮਿਟਾ ਦੇਣਾ ਕਰ। ਗਨ ਤੁਰਕਨ ਮਹਿ ਭਲੇ ਕਹਾਵੋ, हे ਬਾਦਸ਼ਾਹ ਫਿਰ ਜਿਹੜੇ ਸਾਰੇ ਤੁਰਕ ਹੈ ਨਾ, ਉਹ ਤੈਨੂੰ ਭਲਾ ਆਖਣਗੇ ਵੀ ਔਰੰਗਜ਼ੇਬ ਬਾਦਸ਼ਾਹ ਬੜਾ ਚੰਗਾ ਬਾਦਸ਼ਾਹ, ਇਹ ਬੜਾ ਦੀਨਵਾਨ ਬਾਦਸ਼ਾਹ, ਇਹਨੇ ਇਸਲਾਮ ਦੀ ਸਰਾਂ ਨੂੰ ਰੱਖਿਆ ਹੋਇਆ। ਫਿਰ ਕਹਿੰਦੇ ਤੈਨੂੰ ਉੱਤਮ ਆਖਣਗੇ, ਚੰਗਾ ਆਖਣਗੇ। ਇਤਿਆਦ ਕਬਹੁ ਕਹਿ ਸਮਝਾਇਆ ਹੋ। ਇਸ ਪ੍ਰਕਾਰ ਮੌਲਾਨੇ ਕਾਜ਼ੀਆਂ ਨੇ ਬਹੁਤਾ ਜ਼ੋਰ ਜਾ ਪਾ ਕਰਕੇ ਆਪਣੀ ਗੱਲ ਕਹਿੰਦੇ ਔਰੰਗੇ ਦੇ ਤਾਈਂ ਸਮਝਾ ਦੇਣੀ ਕੀਤੀ। ਨਿਸ਼ਚਰ ਦੇ ਸਾਹੇ ਮਿਟਵਾਇਓ। ਜੋ ਬਾਬੇ ਰਾਮ ਰਾਏ ਨੂੰ ਲੈ ਕੇ ਮਨ ਅੰਦਰ ਨਿਸ਼ਚਾ ਸੀ, ਸਰਦਾ ਭਾਵਨਾ ਸੀ ਔਰੰਗਜ਼ੇਬ ਦੇ ਹਿਰਦੇ 'ਚ, ਉਹ ਮੌਲਾਨੇ ਕਾਜ਼ੀਆਂ ਨੇ ਆਪਣੇ ਕਠੋਰ ਬਚਨਾਂ ਦੇ ਨਾਲ ਕਹਿੰਦੇ ਮੇਟ ਦੇਣੀ ਕੀਤੀ। ਤਿਸ ਦਿਨ ਸਭਾ ਲੱਗੀ ਜਬ ਆਏ। ਸੋ ਫਿਰ ਕਹਿੰਦੇ ਜੀ ਸਭਾ ਲੱਗੀ, ਉਸ ਦਿਨ ਸਭਾ ਲੱਗੀ। ਜਦੋਂ ਸਭਾ ਦੇ ਵਿੱਚ ਕਹਿੰਦੇ ਆਉਣ ਦਾ ਸਮਾਂ ਹੋਇਆ, ਤਹਿ ਨਾ ਚੌਂਕੀ ਦਈ ਵਿਛਾਏ। ਉਸ ਸਭਾ ਦੇ ਵਿੱਚ ਕਹਿੰਦੇ ਬਾਬੇ ਰਾਮ ਵਾਸਤੇ ਚੌਂਕੀ ਨਾ ਡਾਈ ਗਈ, ਕਿਸੇ ਤਰ੍ਹਾਂ ਦਾ ਕੋਈ ਆਸਣ ਨਾ ਲਾਇਆ ਗਿਆ। ਆਪਣੋ ਸਮੋ ਜਾਣ ਕਰ ਮਨ ਮੈਂ। ਹੁਣ ਉਧਰ ਬਾਬਾ ਰਾਮ ਰਾਏ ਮਨ ਅੰਦਰ ਜਾਣ ਦਾ ਸਮਾਂ ਜਾਣ ਕਰਕੇ ਰੋਜ਼ਾਨਾ ਬਾਬਾ ਰਾਮ ਰਾਏ ਕਹਿੰਦੇ ਔਰੰਗਜ਼ੇਬ ਦੀ ਸਭਾ 'ਚ ਚੱਲ ਕੇ ਆਉਂਦਾ, ਉਹਨੇ ਮਨ ਅੰਦਰ ਵਿਚਾਰਿਆ ਵੀ ਜਾਣ ਦਾ ਸਮਾਂ ਹੋ ਗਿਆ। ਸਭਾ ਦਾ ਸਮਾਂ ਮਨ ਅੰਦਰ ਵਿਚਾਰ ਕਰਕੇ ਬਾਬਾ ਰਾਮ ਰਾਏ ਕਹਿੰਦੇ ਵੀ ਉਹ ਚੱਲ ਕਰਕੇ ਆ ਗਿਆ। ਗੁਰ ਨੰਦਨ ਆਇਓ ਤਿਸਸ਼ਨ ਮੈਂ। ਆਪਣੇ ਪੜਾ ਗੁਰਦੁਆਰਾ ਮਜਨੂ ਟੇਲਾ ਸਾਹਿਬ ਤੋਂ ਚੱਲ ਕੇ ਗੁਰੂ ਕਾ ਨੰਦਨ ਸੁਪੁੱਤਰ ਬਾਬਾ ਰਾਮ ਰਾਏ ਔਰੰਗਜ਼ੇਬ ਦੀ ਸਭਾ ਦੇ ਵਿੱਚ ਕਹਿੰਦੇ ਆ ਗਿਆ। ਉਸ ਸਮੇਂ
देख सभा को सबन फटाई। जो बाबे राम राय ने आके सभा च झात मारी कि वेख्या भी उत्थे उहदा आसन नहीं जिहड़ा रजाना लाया जाता सी, रजाना औरंगजेब दे बराबर करके एक उच्चा आसन लगदा सी। वेख्या अज वो आसन नहीं लग्या होया, वो जगह खाली पई आ, उत्थे कोई चौकी नहीं डाही गई। सो उसे समय बाबे राम राय ने मन अंदर विचार जान लेना कीता भी ये जिहड़े मलाने काजी है इन्हां दा खोटापन है, भी इन्हां दे मन की खटियाई है, मन की ईर्खा है। इन्हां ने बादशाह नूं कुछ ना कुछ पढ़ा समझा देना कीता, इस करके भी अज आसन नहीं लाया। कह कह साहोलीन परमाई, इन्हां ने बादशाह दे कन भर के उन्होंने भ्रमित कर लेना कीता। गण तुरकन कहो दोष विचारा, इस गल दे विच बाबे राम राय ने इन्हां तुरकां दा दोष जानना कीता। इन्हां दे मन की जिहड़ी दवैश भावना ना, ईर्खा की भावना, उन्होंने समझ लेना कीता। बहु मूर्ख मत मंद गवारा, सो जिहड़े मलाने काजी है भी ये बहुते मूर्ख है, मंदी भैड़ी मत वाले आ, गवार कहने ना समझ आ ज्ञानी है। देखी सुजनी तहां डसाई, तहते उची भूम उठाई। उदों फिर बाबा राम राय की वेखदा भी एक सामने एक उच्चा तख्त जे दी न्याई कहते एक तख्त सजिया होया जिहदे ते औरंगजेब बैठदा, ते आसे पासे कहते भी जिन्हां ते उमराव जां मलाने काजी बैठते आ वो चौंकियां डाइयां होईयां, ਉਹਦੇ बराबर सामने करके एक उच्ची कहते भी जिन्नी जिथे जे मलाने काजियां दे आपदे आसन सी ना उन्हां नालों उच्ची करके उन्हीं एक कहते धरती का टुकड़ा तां चुक देना कीता। जिन्ने एक थां दे विच चौंकी टिक जाती है, चौंकी की तरह धरती ने उन्नी उसे स्थान तो उच्ची कर दिता, भाव एक मिट्टी की चौंकी आपदे वास्ते उच्ची बना दी। इस प्रकार कहते भी औरंगजेब की सभा दे विच गुरु के सपुत्र बाबे राम राय ने जदों एक कौतक कर देना कीता, जदों एक कौतक कीता गया, चौंकी के समोर्द उठाए, चौंकी की न्याई धरती का टुकड़ा उच्चा चुक दिता, सब ते उच्ची होए अधकाए। सो कहते सारे मलाने काजियां दे आसना तो उच्ची हो गई वो चौंकी जिहड़ी बाबे राम राय ने मिट्टी का टुकड़ा उच्चा चुक के बनाई। सम हमेश के भयो तंग, हमेशा की तरह ही कहते वो सारिਆਂ नालों उच्चा होकर उत्थे बैठ गए। बैठ गए वो सब महदुत संग, सारिਆਂ दे विच शोभा पा रहा गुरु का साहबजादा बैठा। बिगसियो साहुर माल बदन ते, ये गल देख के कहते औरंगजेब बादशाह बड़ा खुश होया, ਉਹਦਾ ਜਿਹੜਾ ਚਿਹਰਾ ਸੀ ਕਹਿੰਦੇ ਉਹਦੇ ਉੱਪਰ ਖੜਾਓ ਆ ਗਏ। निश्चय विकैद कही मन ते, जेड़ा मन अंदरों निश्चय मलाने ते काजियां ने अपने खोटे बोला कर करके टाल दिता सी ना, वो पहला नालों होर भी ज्यादा वध गया। क्या अब कहे ना बस सो बसावे, हुण उत्थे मलाने काजी कहते की बोलन, उन्हां दा कोई बस नहीं चल रहा। कौन मूड होए तरह बिठावे, ऐसा केड़ा मूर्ख है दीन दुनी दे विच जिहड़ा गुरु के सपुत्र नूं धरती ते बिठा देवे, नीमा करके बिठा देवे, जिन्हों मालक उच्चा करके बिठावे। ऐसी किसी की समर्था नहीं भी कोई उन्होंने नीमा करके बिठा देवे जिन्हों मालक उच्चा करे। भगत साहबाना दे बोला फरमाउंदे है ना, नीचा हो उच्च करे मेरा गोबिंद, काहू ते ना डरे। जिन्हों मेरा मालक कहने नीवे तो उच्चा करे ना, उन्होंने कोई भी नीवा नहीं कर सकता। ते काहू ते ना डरे, ना ही किसी मलाने काजी का डर पै मन अंदर धारदा, उन्होंने डर भी किसी का नहीं। जिन्हों परमेश्वर उच्चा करके स्थापित कर दिता, उच्चा करके बिठा दिता, किहदी ऐसी समर्था भी उन्होंने नीवा कर दे। चौंकी सन उच्ची कर धरनी, जदों बाबे राम राय ने कौतक करना कीता, धरती नूं चौंकी की न्याय उच्ची कर देना कीता। बैठे हो अजमत की कर करनी, अपनी अजमत वाली कहते करनी करके कौतक करके उच्चा होके बैठ गया। सब ते उच्चो बैठ सुहावत, सारियां दे विच बैठा बाबा राम राय कहते उच्चा होके जद बैठा ते शोभा पाउंदा। महद संगत जुत सब विदवावत, जो अपनी कहते अजमत दे नाल अपनी उच्च समर्था दे नाल सारी मलाने काजियां की सभा नूं कहते दबा लैंदा। कि जमीन उच्ची हो गई,
ਹੁਣ ਉਹ ਮਲਾਨੇ ਕਾਜੀ ਕਹਿੰਦੇ ਸਾਰੇ ਵੇਖਦੇ ਆ, ਸਕਲ ਸਭਾ ਪਿਖ ਬਿਸਮੈ ਭਈ, ਸਾਰੀ ਸਭਾ ਨੇ ਵੇਖਿਆ। ਪਿਖ ਬਿਸਮੈ ਭਈ, ਵੇਖ ਕਰਕੇ ਸਾਰੀ ਸਭਾ ਕਹਿੰਦੇ ਹੈਰਾਨ ਵੀ ਹੋ ਗਈ ਕਿ ਮੈਂ ਜ਼ਮੀਨ ਉੱਚੀ ਹੋਵੇ ਗਈ, ਵੀ ਇਥੋਂ ਜ਼ਮੀਨ ਉੱਚੀ ਕਿਸ ਪ੍ਰਕਾਰ ਹੋ ਗਈ। ਸਭ ਤੇ ਉੱਚੋ ਆਏ ਬਰਾਜੈ, ਜਿਸ ਗੁਰੂ ਕੇ ਪੁੱਤਰ ਵਾਸਤੇ ਔਰੰਗੇ ਦੀ ਸਭਾ ਦੇ ਵਿੱਚ ਆਸਣ ਨਾ ਲਾਇਆ ਗਿਆ, ਉਹ ਆ ਜਾ ਕੇ ਫਿਰ ਸਭ ਤੋਂ ਉੱਚਾ ਹੋ ਕੇ ਬੈਠ ਗਿਆ। ਦੇਖ ਦੇਖ ਦੁਸ਼ਟਨ ਗਨ ਲਾਜੈ, ਸੋ ਇਹ ਮਲਾਨੇ ਕਾਜੀ ਸਾਰੇ ਵੇਖ ਵੇਖ ਕਰਕੇ ਲਾਜੈ ਕਹਿੰਦੇ ਲੱਜਾ ਮੰਨਦੇ ਆ, ਮਾਨੀ ਮਨ ਸ਼ਰਮਸ਼ਾਰ ਹੁੰਦੇ ਆ। ਸਨਮਾਨ ਤੋਂ ਨੌ ਰੰਗ ਕਹਿ ਬਾਤ, ਔਰੰਗਜ਼ੇਬ ਨੇ ਕਹਿੰਦੇ ਉਸ ਸਮੇਂ ਬਾਬੇ ਰਾਮ ਰਾਏ ਦਾ ਬਹੁਤਾ ਸਨਮਾਨ ਕੀਤਾ ਤੇ ਬੜੇ ਆਦਰ ਦੇ ਨਾਲ ਬਚਨ ਕਰਨ ਲੱਗਾ। ਕਰਹਿ ਕੁਟਲਤਾ ਨਹਿ ਬਖਿਆਤ, ਜਿਹੜੀ ਮਲਾਨੇ ਤੇ ਕਾਜੀ ਕਹਿੰਦੇ ਵੀ ਕੁਟਲਤਾ ਕਰਦੇ ਆ, ਛਲ ਬਲ ਦੇ ਕਰਦੇ ਆ ਆਪਣੀ ਮਤ ਦੇ ਨਾਲ। ਨਹਿ ਬਖਿਆਤ, ਔਰੰਗਜ਼ੇਬ ਨੂੰ ਲੱਗਦਾ ਵੀ ਸ਼ਾਇਦ ਬਾਬਾ ਰਾਮ ਰਾਏ ਨਹੀਂ ਜਾਣਦਾ। ਸਭਾ ਉਠੀ ਪੁਨ ਡੇਰਨ ਆਏ, ਇਸ ਪ੍ਰਕਾਰ ਕਹਿੰਦੇ ਵੀ ਔਰੰਗਜ਼ੇਬ ਦੀ ਸਭਾ ਸਮਾਪਤ ਹੋ ਗਈ। ਸਾਰੇ ਆਪੋ ਆਪਣੇ ਸਥਾਨਾਂ ਤੇ ਚਲੇ ਗਏ ਤੇ ਸਭਾ ਦੇ ਵਿੱਚੋਂ ਉੱਠ ਕਰਕੇ ਬਾਬਾ ਰਾਮ ਰਾਏ ਵੀ ਆਪਣੇ ਡੇਰੇ ਦੇ ਵਿੱਚ ਚਲੇ ਆਏ। ਸੋ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਗੁਰੂ ਪਾਤਸ਼ਾਹ ਜਿਵੇਂ ਅੱਗੇ ਪਾਵਨ ਗੁਰ ਇਤਿਹਾਸ ਦਾ ਪ੍ਰਸੰਗ ਬਖਸ਼ਿਸ਼ ਕਰਨਗੇ, ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। 10ਵੇਂ ਪਾਸੋਂ ਪਾਵਨ ਗੁਰ ਇਤਿਹਾਸ ਵਾਚਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਦਾਸ ਖਿਮਾ ਦਾ ਜਾਚਕ ਹੈ। ਆਪ ਗੁਰ ਸੰਗਤ ਬਖਸ਼ਣਹਾਰ ਹੋ, ਅਣਜਾਣ ਸੇਵਕ ਜਾਣ ਕਰਕੇ ਬਖਸ਼ ਲੈਣਾ। ਸਰਬੱਤ ਮਾਈ ਭਾਈ ਸੰਗਤਾਂ ਨੇ ਅਸੀਸ ਬਖਸ਼ਿਸ਼ ਕਰਨੀ। ਸੋ ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਸਭਾ ਉਠੀ ਪੁਨ ਡੇਰਨ ਆਏ, ਮਿਲ ਮਿਲ ਕਹੇ ਰਹੇ ਬਿਸਮਾਏ। ਲੇਖਾ ਕਤਹਿ ਨਾ ਛੁਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ।